ਸਵਾਗਤ ਹੈ ਜੀ ਤੁਹਾਡਾ ਪੰਜਾਬ ਟੂਡੇ ਆਨਲਾਈਨ ਤੇ ਮੈਂ ਹਾਂ ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ। ਸਾਰੀਆਂ ਭਾਸ਼ਾਵਾਂ ਦੇ ਵਿੱਚ ਬਹੁਤ ਸਾਰੇ ਅਖਾਣ ਤੇ ਬਹੁਤ ਸਾਰੇ ਮੁਹਾਵਰੇ ਪ੍ਰਚਲਿਤ ਨੇ ਤੇ ਉਹਨਾਂ ਮੁਹਾਵਰਿਆਂ ਦਾ ਬੜਾ ਮਹੱਤਵ ਆ। ਉਹ ਸਿਆਣੇ ਲੋਕਾਂ ਨੇ ਜਿਹੜੇ ਅਖਾਣ ਤੇ ਮੁਹਾਵਰੇ ਬਣਾਏ ਨਾ, ਇਹਨਾਂ ਦੇ ਪਿੱਛੇ ਲੰਮੇ ਤਜਰਬੇ ਜਾਪਦੇ ਨੇ, ਕਿਉਂਕਿ ਕਈ ਚੀਜ਼ਾਂ ਜਦੋਂ ਸੱਚ ਸਾਹਮਣੇ ਆ ਜਾਂਦੀਆਂ ਮੁਹਾਵਰਿਆਂ ਦੇ ਤੌਰ ਦੇ ਉੱਤੇ ਤੇ ਉਦੋਂ ਦੇਖੀਦਾ ਕਿ ਇਹ ਜਿਹੜੇ ਬਣਾਉਣ ਵਾਲੇ ਨੇ ਕੋਈ ਬਹੁਤ ਸਿਆਣੇ ਸੀ। ਇੱਕ ਮੁਹਾਵਰਾ ਤੁਸੀਂ ਸੁਣਿਆ ਹੋਣਾ ਕਿ ਪਹਿਲੋਂ ਤੋਲੋ ਤੇ ਫੇਰ ਬੋਲੋ। ਇਹ ਬੜਾ ਵੱਡਾ ਇੱਕ ਨੁਕਤਾ ਹੈ ਔਰ ਇਹ ਸਾਬਤ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਪੰਜਾਬ ਫੇਰੀ ਸੀ, ਉਹਨੇ ਇੱਕੋ ਹੀ ਲਾਈਨ ਬੋਲੀ ਪ੍ਰਧਾਨ ਮੰਤਰੀ ਜੀ ਨੇ ਸਿਰਫ, ਕਿ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ ਕਿ ਮੈਂ ਜਾਨ ਬਚਾ ਕੇ ਬਠਿੰਡੇ ਤੱਕ ਪਹੁੰਚ ਗਿਆ, ਜਾਂ ਜੇ ਮੇਰੀ ਜਾਨ ਬਚ ਗਈ ਹੈ ਮੈਂ ਬਠਿੰਡੇ ਏਅਰਪੋਰਟ ਤੇ ਪਹੁੰਚ ਗਿਆ। ਹੁਣ ਬੋਲੀ ਤੇ ਇੱਕੋ ਲਾਈਨ ਹੀ ਹੈ, ਹੋਇਆ ਕੁਝ ਨਹੀਂ ਪੰਜਾਬ 'ਚ, ਲੇਕਿਨ ਉਸ ਇੱਕ ਲਾਈਨ ਦਾ ਇੰਨਾ ਬਵਾਲ ਹੈ ਕਿ ਦੇਸ਼ ਦਾ ਮੀਡੀਆ ਸਾਰਾ ਲਾਲੋ ਲਾਲ ਹੋਇਆ ਪਿਆ। ਕੋਈ ਕੁਝ ਬੋਲਦਾ, ਕੋਈ ਕੁਝ ਬੋਲਦਾ, ਇੱਥੋਂ ਤੱਕ ਕਿ ਕਈ ਤਾਂ ਸਿੱਖਾਂ ਨੂੰ ਇਹਦਾ ਦੋਸ਼ੀ ਮੰਨ ਕੇ 1984 ਦੇ ਦੰਗੇ ਯਾਦ ਕਰਾਉਂਦੇ ਨੇ, ਕਿ ਕਹਿੰਦੇ ਦੰਗੇ ਯਾਦ ਕਰਕੇ ਤੁਸੀਂ ਦੇਖ ਲਓ। ਕੁਝ ਲੋਕ ਹਮਨ ਪੂਜਾ ਵੀ ਕਰ ਰਹੇ ਨੇ, ਚਲੋ ਹਰ ਇੱਕ ਦਾ ਆਪਣੀ ਆਸਥਾ ਕੀਤਾ, ਉਹ ਕਰੇ ਜਾਣ ਜੋ ਮਰਜ਼ੀ ਕਰਨ, ਲੇਕਿਨ ਕਈਆਂ ਨੇ ਤੇ ਬਹੁਤ ਜ਼ਿਆਦਾ ਥ੍ਰੈਟ ਕਰ ਦਿੱਤਾ ਔਰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਜਿਹੜੀ ਹੈ ਉਹ ਕਾਂਗਰਸ ਨੇ ਤੇ ਖਾਲਿਸਤਾਨੀਆਂ ਨੇ ਰਲ ਕੇ ਕੀਤੀ। ਤੋ ਇਸ ਇੱਕ ਲਾਈਨ ਦਾ ਕੀ ਅਸਰ ਦੇਸ਼ ਦੀ ਰਾਜਨੀਤੀ ਤੇ ਹੈ, ਲੋਕਾਂ ਦੇ ਉੱਤੇ ਹੈ ਔਰ ਦੇਸ਼ ਦੇ ਉੱਤੇ ਕੀ ਇਹਦਾ ਅਸਰ ਪਿਆ, ਉਹਦੇ ਬਾਰੇ ਅੱਜ ਵਿਚਾਰ ਕਰਾਂਗੇ। ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜੇ-ਕਿਹੜੇ ਪ੍ਰਧਾਨ ਮੰਤਰੀ ਦੇ ਉੱਤੇ ਹੁਣ ਤੱਕ ਹਮਲੇ ਹੋ ਚੁੱਕੇ ਨੇ। ਇੱਕ ਤੇ ਜਾਨ ਗਵਾਉਣ ਵਾਲੇ ਹਮਲੇ ਨੇ, ਉਹ ਮੁੱਖ ਮੰਤਰੀ ਵੀ ਹੈਗੇ ਨੇ, ਪ੍ਰਧਾਨ ਮੰਤਰੀ ਵੀ ਹੈਗੇ ਨੇ, ਲੇਕਿਨ ਕੁਝ ਐਸੇ ਨੇ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਕਿਹੜੇ-ਕਿਹੜੇ ਪ੍ਰਧਾਨ ਮੰਤਰੀਆਂ ਦੇ ਨਾਲ ਕੀ ਵਾਪਰਿਆ, ਐਸਪੀਜੀ ਦੀ ਹਾਜ਼ਰੀ ਦੇ ਵਿੱਚ ਕੀ ਕੁਝ ਹੋਇਆ। ਸੋ ਉਹ ਤੁਹਾਨੂੰ ਦਿਖਾਉਂਦੇ ਆ ਕਿ ਉਹ ਕਿਸੇ ਨੇ ਕਦੀ ਇਸ਼ੂ ਚੁੱਕਿਆ ਹੀ ਨਹੀਂ, ਲੇਕਿਨ ਇੱਥੇ ਹੋਇਆ ਹੀ ਕੁਝ ਨਹੀਂ ਤੇ ਇਹਨੂੰ ਰਾਈ ਦਾ ਪਹਾੜ, ਤਿਲ ਦਾ ਤੰਬੜ ਬਣਾ ਕੇ ਰੱਖ ਦਿੱਤਾ ਇਹਨਾਂ ਨੇ। ਤੇ ਆਓ ਇਹਦਾ ਵਿਚਾਰ ਕਰਦੇ ਹਾਂ, ਤੁਸੀਂ ਅਖੀਰ ਤੱਕ ਜੁੜੇ ਰਹੋ ਸਾਡੇ ਨਾਲ। ਸੋ ਇਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਲਾਈਨ ਬੋਲਣ ਦੇ ਨਾਲ ਦੇਸ਼ ਦੇ ਵਿੱਚ ਬਵਾਲ ਪੈਦਾ ਹੋ ਗਿਆ, ਨਫ਼ਰਤ ਦੀ ਅੱਗ ਜਿਹੜੀ ਆ ਉਹ ਭਖਣੀ ਸ਼ੁਰੂ ਹੋ ਗਈ, ਨਫ਼ਰਤ ਦਾ ਜਿਹੜਾ ਵਾਤਾਵਰਨ ਆ ਉਹ ਬਣਨਾ ਸ਼ੁਰੂ ਹੋ ਗਿਆ, ਈਰਖਾ ਦਾ ਵਾਤਾਵਰਨ ਬਣਨਾ ਸ਼ੁਰੂ ਹੋ ਗਿਆ। ਕਿਉਂਕਿ ਸ਼ਬਦ ਕਿੰਨੇ ਕਹੇ, ਸ਼ਬਦ ਇੱਕ ਜ਼ਿੰਮੇਵਾਰ ਵਿਅਕਤੀ ਨੇ ਕਹੇ, ਇੱਕ ਪ੍ਰਧਾਨ ਮੰਤਰੀ ਨੇ ਕਹੇ। ਹੁਣ ਦੇਖੋ ਬਾਕੀ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਬੜਾ ਸਟਰੋਂਗ ਹੈ ਤੇ ਕੋਈ ਨਾ ਕੋਈ ਉਹਦੇ ਤੇ ਆਪਣੀਆਂ ਬਣਾ ਕੇ ਵੀਡੀਓ ਪਾਉਂਦੇ ਰਹਿੰਦੇ ਨੇ, ਕੁਛ ਨਾ ਕੁਛ ਕਰਦੇ ਰਹਿੰਦੇ ਨੇ। ਇਹਦਾ ਬੜਾ ਵੱਡਾ ਇੱਕ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਕੁਝ ਜਿਹੜੇ ਅਹੁਦੇਦਾਰ ਨੇ, ਕੁਝ ਐਮਐਲਏ ਨੇ ਜਿਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਆ ਸ਼੍ਰੀਮਤੀ ਸਿਮਰਤੀ ਇਰਾਨੀ, ਉਹਨਾਂ ਨੇ ਕਹਿ ਦਿੱਤਾ ਜੀ ਕਿ ਇਹ ਕਾਂਗਰਸ ਨੇ ਜਾਣੀ ਖੂਨੀ ਰਾਜਨੀਤੀ ਸ਼ੁਰੂ ਕੀਤੀ ਆ ਖਾਲਿਸਤਾਨੀਆਂ ਨਾਲ ਰਲ ਕੇ। ਹੁਣ ਪਹਿਲੀ ਜਿਹੜੀ ਲਾਈਨ ਸੀ ਨਾ ਕਿ ਮੈਂ ਬਚ ਕੇ ਆ ਗਿਆ, ਤੇ ਹੁਣ ਦੂਸਰੀ ਲਾਈਨ ਆ ਕਿ ਇਹ ਕਾਂਗਰਸ ਨੇ ਇਸ ਨੂੰ ਖਾਲਿਸਤਾਨੀਆਂ ਦੇ ਨਾਲ ਰਲ ਕੇ ਤੇ ਪ੍ਰਧਾਨ ਮੰਤਰੀ ਦੇ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ। ਹੁਣ ਇਹ ਲਾਈਨ ਇੱਕ ਦੂਸਰੀ ਤੁਰ ਪਈ। ਹੁਣ ਸਾਨੂੰ ਦੇਖਣਾ ਪਏਗਾ ਕਿ ਦੇਸ਼ ਵਿੱਚ ਇਸ ਚੀਜ਼ ਦਾ ਕੀ ਅਸਰ ਗਿਆ। ਇਹਦੇ ਵਿੱਚੋਂ ਕੁਝ ਨੁਕਤੇ ਨੇ, ਉਹ ਅਸੀਂ ਪਹਿਲਾਂ ਵਿਚਾਰ ਲਈਏ। 5 ਨੁਕਤੇ ਮੈਂ ਤੁਹਾਡੇ ਗਾੜੇ ਪੇਸ਼ ਕਰਦਾ ਕਿ ਉਹਨਾਂ ਦੇ ਉੱਤੇ ਫਿਰ ਵਿਚਾਰ ਕਰਾਂਗੇ ਕਿ ਇਹ ਹੈਗਾ ਕੀ ਹੈ, ਔਰ ਨਾਲ ਇਹ ਵੀ ਦੱਸਾਂਗੇ ਕਿ ਕਿਹੜੇ-ਕਿਹੜੇ ਪ੍ਰਧਾਨ ਮੰਤਰੀ ਨਾਲ ਕੀ ਵਾਪਰਿਆ ਸੀ। ਹੁਣ ਇਹਦੇ ਵਿੱਚ ਪਹਿਲਾ ਨੰਬਰ ਆ ਵੀ ਕੀ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਸੁਰੱਖਿਅਤ ਨਹੀਂ ਹਨ। ਦੂਸਰਾ ਨੰਬਰ ਹੈ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਲੱਗੀ ਹੋਈ ਫੋਰਸ ਹੈ, ਚਾਹੇ ਉਹ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਹੈ, ਚਾਹੇ ਉਹ ਪੰਜਾਬ ਪੁਲਿਸ ਹੈ, ਜਾਂ ਹੋਰ ਸੁਰੱਖਿਆ ਏਜੰਸੀਆਂ ਨੇ ਜਾਂ ਖੁਫੀਆ ਏਜੰਸੀਆਂ ਨੇ, ਕੀ ਉਹ ਭਾਰਤ ਦੀਆਂ ਨਕਾਰਾ ਹੀ ਨੇ, ਨਕਮੀਆਂ ਹੀ ਨੇ, ਉਹਨਾਂ ਦੇ ਪੱਲੇ ਕੁਝ ਨਹੀਂ, ਉਹ ਕੁਝ ਨਹੀਂ ਕਰ ਸਕਦੀਆਂ। ਇੱਕ ਸਵਾਲ ਇਹ ਵੀ ਜ਼ਰੂਰ ਉੱਠੇਗਾ। ਤੀਸਰਾ ਇਹ ਵੀ ਉੱਠੇਗਾ ਕਿ ਜਿਵੇਂ ਰਿਪੋਰਟਾਂ ਆ ਰਹੀਆਂ ਨੇ ਵੀ ਇਹ ਰਾਜਨੀਤੀ ਜਿਹੜੀ ਆ ਇਹ ਕੀ ਇੱਕ ਦੂਸਰੇ ਦੀ ਖੂਨ ਦੀ ਪਿਆਸੀ ਹੋ ਗਈ ਆ, ਕਿ ਹੁਣ ਕੀ ਵਿਰੋਧੀ ਧਿਰ ਜਾਂ ਪਾਰਟੀਆਂ ਜਿਹੜੀ ਨੇ ਇੱਕ ਦੂਜੇ ਦੇ ਕੀ ਖੂਨ ਦੀ ਹੋਲੀ ਖੇਡਿਆ ਕਰਨਗੇ। ਇੱਥੇ ਇਹ ਵੀ ਇੱਕ ਨੁਕਤਾ ਜ਼ਰੂਰ ਉੱਠਦਾ। ਚੌਥੇ ਨੰਬਰ ਤੇ ਆਉਂਦਾ ਇਹ ਹੈ ਕਿ ਕੀ ਪ੍ਰਧਾਨ ਮੰਤਰੀ ਡਰ ਗਏ ਸੀ, ਕੀ ਉੱਥੋਂ ਡਰ ਕੇ ਉਹ ਵਾਪਸ ਗਏ ਤੇ ਡਰਦੇ ਹੀ ਗਏ ਗੱਡੀ 'ਚ ਬੈਠੇ, ਕੀ ਡਰ ਨਾਲ ਕੰਬਦੇ ਗਏ, ਕੀ ਹੈਲੀਕਾਪਟਰ ਦੇ ਵਿੱਚ ਬਹਿਣ ਤੱਕ ਕੀ ਉਹ ਡਰਦੇ ਹੀ ਰਹੇ, ਜਿਨ੍ਹਾਂ ਨੇ ਇਹ ਸਤਰ ਬੋਲ ਦਿੱਤੀ, ਇਹਨਾਂ ਸ਼ਬਦ ਬੋਲ ਦਿੱਤੇ ਕਿ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰ ਦੇਣਾ ਕਿ ਮੈਂ ਜਾਨ ਬਚਾ ਕੇ ਆ ਗਿਆ, ਮੇਰੀ ਜਾਨ ਬਚ ਗਈ ਹੈ। ਜਦ ਕਿ ਤੁਸੀਂ ਇੱਥੇ ਦੇਖੋ
ਕਿ ਜਿਹੜੀ ਰਿਪੋਰਟਾਂ ਆਈਆਂ, ਜਿਹੜੀ ਵੀਡੀਓ ਸਾਹਮਣੇ ਆਈ ਆ, ਪ੍ਰਧਾਨ ਮੰਤਰੀ ਦੀ ਗੱਡੀ ਦੇ ਕੋਲ ਜਿਹੜੇ ਲੋਕ ਨੇ ਉਹਨਾਂ ਭਾਜਪਾ ਦਾ ਝੰਡਾ ਚੁੱਕਿਆ ਔਰ ਨਾਅਰੇ ਮਾਰ ਰਹੇ ਨੇ ਨਰਿੰਦਰ ਮੋਦੀ ਜਿੰਦਾਬਾਦ ਦੇ। ਸੋ ਇਸ ਕਰਕੇ ਉਹ ਭਾਜਪਾ ਦੇ ਹੀ ਕਾਰਕੁਨ ਸੀ। ਪੰਜਾਬ ਦੇ ਵਿੱਚ ਨਾ ਤਾਂ ਪ੍ਰਧਾਨ ਮੰਤਰੀ ਦੇ ਉੱਤੇ ਕਿਸੇ ਨੇ ਕੋਈ ਇੱਟ ਵੱਟਾ ਸੁੱਟਿਆ, ਨਾ ਕੋਈ ਕਿਸਾਨ ਪ੍ਰਧਾਨ ਮੰਤਰੀ ਦੀ ਗੱਡੀ ਅੱਗੇ ਲੇਟਿਆ, ਨਾ ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਨਾਅਰਾ ਲੱਗਾ। ਉਹਨਾਂ ਦਾ ਤੇ ਕਿਸਾਨਾਂ ਦਾ ਤੇ ਪ੍ਰਧਾਨ ਮੰਤਰੀ ਦੇ ਜਿਹੜੇ ਕਾਨਵਾਈ ਆ ਉਹਦਾ ਤਾਂ ਡਿਸਟੈਂਸ ਹੀ ਮੀਲਾਂ ਦੇ ਵਿੱਚ ਸੀ। ਸੋ ਇਸ ਕਰਕੇ ਇਹ ਗੱਲ ਕਹਿ ਦੇਣੀ ਕਿ ਪ੍ਰਧਾਨ ਮੰਤਰੀ ਜੀ ਡਰਦੇ ਗਏ ਉਥੋਂ ਤੱਕ, ਤੇ ਇਹ ਸਵਾਲ ਤਾਂ ਉੱਠੇਗਾ ਕਿ ਜਿਨ੍ਹਾਂ ਨੇ ਗੱਡੀਆਂ ਮੋੜੀਆਂ ਬਗੈਰ ਕਿਸੇ ਗੱਲ ਦੇ, ਤੇ ਉਹਨਾਂ ਨੇ ਇਹਦਾ ਮਤਲਬ ਡਰਦੇ ਗਏ। ਇਹਦਾ ਮਤਲਬ 56 ਇੰਚ ਦਾ ਜਿਹੜਾ ਸੀਨਾ ਸੀਗਾ ਉਹ ਫਿਰ ਕਿੱਥੇ ਗਿਆ? ਤੇ ਬਾਹਰ ਦੇ ਦੇਸ਼ਾਂ ਦੇ ਹੋਰ ਮੁਲਕਾਂ ਦੇ ਲੋਕ ਇਹ ਮਜ਼ਾਕ ਨਹੀਂ ਬਣਾਉਣਗੇ ਵੀ ਇੰਨਾ ਡਰਪੋਕ ਪ੍ਰਧਾਨ ਮੰਤਰੀ ਕੋ ਵਾਪਸ ਹੀ ਮੁੜ ਗਿਆ। ਇਹ ਇੱਕ ਸਵਾਲ ਇਹ ਵੀ ਉੱਠਦਾ। ਔਰ ਪੰਜਵਾਂ ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਵਿੱਚ, ਆਪਣੇ ਲੋਕਾਂ ਦੇ ਵਿੱਚ ਸੁਰੱਖਿਅਤ ਨਹੀਂ ਹਨ। ਹੁਣ ਬਾਹਰ ਦੇ ਮੁਲਕਾਂ ਦੇ ਪ੍ਰਧਾਨ ਮੰਤਰੀ ਤੁਸੀਂ ਦੇਖਦੇ ਹੋ, ਉਹ ਆਪਣੇ ਲੋਕਾਂ ਦੇ ਵਿੱਚ ਤੁਰੇ ਫਿਰਦੇ ਨੇ, ਉਹ ਆਪਣੀ ਖਰੀਦਦਾਰੀ ਆਪ ਕਰਦੇ ਨੇ, ਬੜੇ ਨਾਰਮਲ ਤਰੀਕੇ ਦੇ ਨਾਲ ਉਹ ਜਾ ਕੇ ਆਪਣੇ ਬੱਚਿਆਂ ਦੇ ਨਾਲ ਸ਼ਾਪਿੰਗ ਕਰਕੇ ਆਉਂਦੇ ਨੇ। ਇੱਥੇ ਤੱਕ ਕਿ ਲੋਕਾਂ ਦੇ ਨਾਲ ਉੱਥੇ ਸੈਲਫੀਆਂ ਵੀ ਖਿਚਾਉਂਦੇ ਨੇ। ਉਹਨਾਂ ਦੇ ਨਾਲ ਕੋਈ ਬਾਡੀਗਾਰਡ ਨਹੀਂ ਹੁੰਦਾ, ਉਹਨਾਂ ਦੇ ਨਾਲ ਕੋਈ ਕਿਸੇ ਕਿਸਮ ਦੀ ਐਸਪੀਜੀ ਨਹੀਂ ਹੁੰਦੀ, ਉਹਦੇ ਨਾਲ ਕੋਈ ਹੋਰ ਏਜੰਸੀ ਕੰਮ ਨਹੀਂ ਕਰ ਰਹੀ, ਪੁਲਿਸ ਨਹੀਂ ਹੁੰਦੀ। ਉਹ ਇਕੱਲੇ ਹੀ ਜਾਂਦੇ ਤੇ ਇਕੱਲੇ ਆਉਂਦੇ ਨੇ। ਇੱਕ ਪਾਸੇ ਤੇ ਗੱਲਾਂ ਅਸੀਂ ਕਰ ਰਹੇ ਹਾਂ ਕਿ ਦੇਸ਼ ਨੂੰ ਜਿਹੜਾ ਅਸੀਂ ਅਮਰੀਕਾ ਤੋਂ ਗਾਂਹ ਲੈ ਜਾਣਾ, ਦੇਸ਼ ਨੂੰ ਅਸੀਂ ਸਵਿਟਜ਼ਰਲੈਂਡ ਬਣਾ ਦੇਣਾ, ਤੇ ਦੂਸਰੇ ਪਾਸੇ ਅਸੀਂ ਕਹਿੰਦੇ ਵੀ ਸਾਡੇ ਪ੍ਰਧਾਨ ਮੰਤਰੀ ਨੂੰ ਹੀ ਇੰਨਾ ਖਤਰਾ ਹੈ ਆਪਣੇ ਹੀ ਲੋਕਾਂ ਕੋਲੋਂ। ਕੀ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਕੋਈ ਥ੍ਰੈਟ ਕੀਤਾ? 1.5 ਸਾਲ ਉਹ ਬੈਠੇ ਰਹੇ ਦਿੱਲੀ ਦੇ ਬਾਰਡਰਾਂ ਤੇ, ਉਹ ਆਪਣਾ 750 ਬੰਦਾ ਸ਼ਹੀਦ ਕਰਾ ਕੇ ਵਾਪਸ ਆਏ ਨੇ। ਕਿਸੇ ਨੂੰ ਤਾਂ ਉਹਨਾਂ ਨੇ ਉੱਥੇ ਓਏ ਵੀ ਨਹੀਂ ਆਖਿਆ, ਸਗੋਂ ਉਹਨਾਂ ਦਾ ਨੁਕਸਾਨ ਜ਼ਰੂਰ ਹੈ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਜਵਾਬ ਮੰਗਦੀਆਂ ਨੇ ਕਿ ਇਸ ਐਪੀਸੋਡ ਦੇ ਵਿੱਚ ਕੀ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਸ਼ਬਦ ਕਹੇ ਨੇ ਉਹਨਾਂ ਦਾ ਅਸਰ ਕੀ ਹੈ। ਹੁਣ ਇੱਕ ਪਾਸੇ ਤੇ ਦੇਸ਼ ਦੇ ਵਿੱਚ ਇਹ ਦਹਿਸ਼ਤ ਦਾ ਤੇ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ, ਤੇ ਦੂਸਰੇ ਪਾਸੇ ਸਰਕਾਰ ਕੀ ਕਰ ਰਹੀ ਹੈ ਭਾਜਪਾ ਦੀ। ਇਹਨਾਂ ਨੇ ਜਿਹੜੇ VVIP ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦੀ ਸਿਕਿਉਰਿਟੀ ਵਿਡਰਾਅ ਕਰ ਲਈ ਹੈ। ਜਿਵੇਂ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ, ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ SPG ਜਿਹੜੀ ਉਹ ਵਾਪਸ ਕਰ ਲਈ। ਉਹਨਾਂ ਦੀ ਬੇਟੀ ਜਿਹੜੀ ਹੈ ਪ੍ਰਿਯੰਕਾ ਗਾਂਧੀ ਵਾਡਰਾ, ਉਹਨਾਂ ਦੀ SPG ਹਟਾ ਲਈ ਹੈ। ਰਾਹੁਲ ਗਾਂਧੀ ਦੀ SPG ਹਟਾ ਲਈ ਹੈ। ਔਰ ਇਹਦੇ ਨਾਲ ਹੀ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੂੰ SSG ਦਿੱਤੀ ਸੀ, ਯਾਨੀ ਸਪੈਸ਼ਲ ਸਿਕਿਉਰਿਟੀ ਗਰੁੱਪ, ਉਹ ਵੀ ਹਟਾ ਲਿਆ। ਕਹਿੰਦੇ ਜੀ ਲੋੜ ਕੋਈ ਨਹੀਂ, ਹੁਣ ਬਿਲਕੁਲ ਨਾਰਮਲ ਹੈ, ਸ਼ਾਂਤੀ ਹੈ। ਇੱਕ ਪਾਸੇ ਤੇ ਗੱਲ ਹੋ ਰਹੀ ਹੈ ਸ਼ਾਂਤੀ ਹੈ ਤੇ ਸਿਕਿਉਰਿਟੀ ਜਿਹੜੀ ਘਟਾਈ ਜਾ ਰਹੀ ਹੈ, ਲੇਕਿਨ ਇਹਦੇ ਵਿੱਚ ਰਾਜਨੀਤੀ ਹੋ ਰਹੀ ਹੈ। ਰਾਜਨੀਤੀ ਇਹ ਆ ਕਿ ਜਿਹੜੇ ਮਮਤਾ ਬੈਨਰਜੀ ਦੇ ਖਿਲਾਫ ਉੱਥੇ MLA ਨੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਨੂੰ Z+ ਕਈਆਂ ਨੂੰ ਸਿਕਿਉਰਿਟੀ ਦੇ ਦਿੱਤੀ ਹੈ। ਹੋਰ ਤਾਂ ਹੋਰ ਪੰਜਾਬ ਤੋਂ ਜਿਹੜੇ ਜੁਆਇਨ ਕੀਤੇ ਤਾਜ਼ੇ ਰਾਣਾ ਗੁਰਮੀਤ ਸਿੰਘ ਸੋਢੀ, ਉਹਨਾਂ ਨੂੰ ਵੀ Z+ ਸਿਕਿਉਰਿਟੀ ਦੇ ਦਿੱਤੀ ਆ। ਇਹ ਵੀ ਕਨਸੋਆਂ ਸੁਣਨ ਨੂੰ ਮਿਲਿਆ ਵੀ ਇੱਕ ਹੋਰ MLA ਬੜੇ ਦਿਨ ਬਹਿ ਰਹੇ ਨੇ ਦਿੱਲੀ ਕਿ ਮੈਨੂੰ ਵੀ ਸਿਕਿਉਰਿਟੀ ਦਿਓ ਕੋਈ ਕੇਂਦਰੀ ਏਜੰਸੀ ਦੀ, ਮੇਰੀ ਜਾਨ ਨੂੰ ਵੀ ਖਤਰਾ। ਉਹਨੂੰ ਦੇਰ ਸਵੇਰ ਮਿਲ ਜਾਂਦੀ ਹੈ ਕਿ ਨਹੀਂ ਮਿਲ ਜਾਂਦੀ ਇਹ ਤੇ ਅਗਲੀ ਗੱਲ ਆ, ਲੇਕਿਨ ਉਹਨੇ ਯਤਨ ਉਹਨੇ ਵੀ ਕੀਤਾ। ਹੁਣ ਇੱਥੇ ਦੋ ਗੱਲਾਂ ਆ ਜਾਂਦੀਆਂ ਨੇ। ਇੱਕ ਪਾਸੇ ਤਾਂ ਕੇਂਦਰੀ ਸਰਕਾਰ ਕਹਿ ਰਹੀ ਹੈ ਦੇਸ਼ ਵਿੱਚ ਸ਼ਾਂਤੀ ਬੜੀ ਹੈ, ਤੇ ਦੂਸਰੇ ਪਾਸੇ ਉਹ ਕਹਿ ਰਹੇ ਨੇ ਪ੍ਰਧਾਨ ਮੰਤਰੀ ਨੂੰ ਖਤਰਾ ਬੜਾ। ਇਹ ਦੋ ਗੱਲਾਂ ਕਿਵੇਂ ਰਲ ਜਾਣਗੀਆਂ? ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸ ਦਿਆਂ, ਹੁਣ ਇੱਕ ਹੋਰ ਵਿਚਾਰ ਕਰੀਏ ਕਿ ਕਿਸੇ ਹੋਰ ਪ੍ਰਧਾਨ ਮੰਤਰੀ ਨਾਲ ਵੀ ਦੇਸ਼ ਵਿੱਚ ਇਹੋ ਜਿਹੀ ਘਟਨਾ ਘਟੀ ਆ। ਜੇ ਇਹਦਾ ਸਵਾਲ ਕਰਾਂਗੇ ਤਾਂ ਹਾਂ ਦਾ ਜਵਾਬ ਮਿਲੇਗਾ। ਕਿਉਂ? ਪਹਿਲਾ ਨੰਬਰ ਮੈਂ ਤੁਹਾਨੂੰ ਦੱਸਦਾ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਸੀ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਕਾਂਗਰਸ ਦੀ ਸਰਕਾਰ ਸੀ। ਉਹ ਗੁਜਰਾਤ ਗਏ, ਉੱਥੇ ਉਹ ਇੱਕ ਮੀਟਿੰਗ ਕਰ ਰਹੇ ਸੀ, ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ, ਤੇ ਕਿਸੇ ਨੌਜਵਾਨ ਨੇ ਉਹਨਾਂ ਦੇ ਉੱਤੇ ਜੁੱਤੀ ਸੁੱਟੀ। ਉਹਨਾਂ ਤੱਕ ਪਹੁੰਚੀ ਤਾਂ ਨਹੀਂ, ਉਹ ਸਟੇਜ ਤੋਂ ਥੱਲੇ ਹੀ ਰਹਿ ਗਈ, ਲੇਕਿਨ ਸੁੱਟੀ ਗਈ ਉਹ ਜੁੱਤੀ। ਉਸ ਵੇਲੇ ਸਭ ਤੋਂ ਵੱਡੀ ਜਿਹੜੀ ਗੱਲ ਦੱਸਣ ਵਾਲੀ ਇਹਦੇ ਵਿੱਚ ਕਿ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ 2009 ਵਿੱਚ ਸ੍ਰੀ ਨਰਿੰਦਰ ਮੋਦੀ ਜੀ ਸਨ। ਪ੍ਰਧਾਨ ਮੰਤਰੀ ਜੀ ਨੇ, ਡਾਕਟਰ ਮਨਮੋਹਨ ਸਿੰਘ ਨੇ ਇਹ ਨਹੀਂ ਸ਼ਬਦ ਕਹੇ ਕਿ ਮੇਰੀ ਜਾਨ ਨੂੰ ਖਤਰਾ ਸੀ ਤੇ ਮੈਂ ਬਚ ਕੇ ਆ ਗਿਆ, ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ, ਜਾਂ ਕੋਈ ਹੋਰ ਕਿਸੇ ਕਿਸਮ ਦਾ ਗਿਲਾ ਸ਼ਿਕਵਾ ਨਹੀਂ ਕੀਤਾ। ਉਹਨਾਂ ਸਗੋਂ ਫਰਾਖ ਦਿਲੀ ਵਿਖਾਉਂਦਿਆਂ ਇਹ ਗੱਲ ਕਹੀ ਕਿ ਜਿਹੜੇ ਨੌਜਵਾਨ ਨੇ ਇਹ ਹਰਕਤ ਕੀਤੀ ਆ ਉਹਨੂੰ ਮਾਫ ਕਰ ਦਿੱਤਾ ਜਾਵੇ, ਉਹਦੇ ਤੇ ਕੋਈ ਕੇਸ ਦਰਜ ਨਹੀਂ ਹੋਣ ਦਿੱਤਾ। ਇਹ ਹੁੰਦੀ ਆ ਜਿਹੜੀ ਸਬਰਨੈਸ, ਇਹ ਹੁੰਦੀ ਆ ਫਰਾਖ ਦਿਲੀ। ਇਹਨਾਂ ਜੇ ਉਹ ਵੀ ਇਹੋ ਜਿਹੇ ਕੋਈ ਬੋਲ ਜਾਂਦੇ ਗੱਲ, ਉਸ ਵੇਲੇ ਰਾਜ ਤੇ ਕਾਂਗਰਸ ਦਾ ਹੀ ਸੀ ਨਾ, ਤੇ ਫਿਰ ਦੇਸ਼ ਦੇ ਵਿੱਚ ਇਸੇ ਤਰ੍ਹਾਂ ਦਾ ਨਫ਼ਰਤ ਦਾ ਮਾਹੌਲ ਬਣ ਜਾਂਦਾ। ਲੇਕਿਨ ਉਹਨਾਂ ਨੇ ਦਿਆਨਤਦਾਰੀ ਜਿਹੜੀ ਕਿ ਉਹਨਾਂ ਦੇ ਵਿੱਚ ਸੋਬਰਨੈਸ ਹੈਗੀ ਆ, ਜੈਂਟਲਮੈਨਨੈਸ ਹੈਗੀ ਉਹਨਾਂ ਦੇ ਵਿੱਚ, ਉਹਨਾਂ ਨੇ ਉਹ ਵਿਖਾਈ ਕਿ ਉਹਨਾਂ ਨੇ ਕਿਹਾ ਇਹਨੂੰ ਬਿਲਕੁਲ ਕੁਛ ਨਾ ਕਹੋ, ਤੇ ਜੇ ਇਹਨਾਂ ਵਰਗੇ ਹੁੰਦੇ ਤਾਂ ਫਿਰ ਕੋਈ ਨਾ ਕੋਈ ਚੁੰਡੀ ਵੱਢ ਆਉਂਦੇ। ਸੋ ਇਸ ਲਈ ਉਹਨਾਂ ਨੇ ਉਸ ਵੇਲੇ ਇਸ ਗੱਲ ਦਾ ਕੋਈ ਵਿਰੋਧ ਨਹੀਂ ਕੀਤਾ। ਅਗਲੀ ਗੱਲ,
ਪ੍ਰਧਾਨ ਮੰਤਰੀ ਸੀ ਰਾਜੀਵ ਗਾਂਧੀ ਜੀ, ਤੇ ਉਹਨਾਂ ਦਾ ਜਦੋਂ ਰਾਜਘਾਟ ਦੇ ਉੱਤੇ ਸ਼ਰਧਾਂਜਲੀ ਭੇਂਟ ਕਰਨ ਗਏ ਤਾਂ ਉਹਨਾਂ ਤੇ ਗੋਲੀ ਚੱਲੀ। ਦੂਸਰੀ ਗੱਲ, ਸ੍ਰੀਲੰਕਾ ਗਏ, ਉਹ ਪਰੇਡ ਦਾ ਨਿਰੀਖਣ ਕਰ ਰਹੇ ਸੀ ਤੇ ਉਹਨਾਂ ਨੂੰ ਇੱਕ ਸੈਨਿਕ ਨੇ ਬੱਟ ਦੇ ਨਾਲ ਹਮਲਾ ਕਰ ਦਿੱਤਾ, ਜਿਹੜਾ ਪਿਛਲੇ ਪਾਸੇ ਜੇ ਵੱਜ ਜਾਂਦਾ ਸਿਰ ਦੇ ਵਿੱਚ ਤਾਂ ਨੁਕਸਾਨ ਹੋ ਸਕਦਾ ਹੈ, ਲੇਕਿਨ ਉਹਨੂੰ ਐਸਕੇਪ ਕਰ ਗਏ, ਉਹ ਬਚ ਗਏ। ਇਹ ਉਹਨਾਂ ਦੇ ਨਾਲ ਹਾਦਸਾ ਹੋਇਆ। ਖੈਰ ਉਹਨਾਂ ਦੀ ਬਾਅਦ ਵਿੱਚ ਜਿਹੜੀ ਮੌਤ ਵੀ ਹੈ ਉਹ ਵੀ ਇਸੇ ਤਰ੍ਹਾਂ ਹੀ ਹੋਈ ਹੈ ਬੰਬ ਬਲਾਸਟ ਦੇ ਵਿੱਚ। ਇਸ ਦੇ ਨਾਲ ਹੀ ਮੈਂ ਇੱਕ ਹੋਰ ਤੁਹਾਨੂੰ ਦੱਸਣਾ, ਬਹੁਤ ਵਧੀਆ ਜਿਹੜਾ ਇਹਦੀ ਉਦਾਹਰਨ ਹੈ ਕਿ ਚੰਦਰ ਸ਼ੇਖਰ ਜੀ ਪ੍ਰਧਾਨ ਮੰਤਰੀ ਸੀ ਸਨ 2000 ਦੇ ਵਿੱਚ, ਤੇ ਉਹ ਇੱਥੋਂ ਬਲੀਆ ਬਿਹਾਰ ਲਈ ਜਾ ਰਹੇ ਸੀ ਟ੍ਰੇਨ ਦੇ ਵਿੱਚ, ਕਿਉਂਕਿ ਵੇਖੋ ਉਸ ਵੇਲੇ ਫਿਰ ਪ੍ਰਧਾਨ ਮੰਤਰੀਆਂ ਦਾ ਵੀ ਤੇ ਦੂਸਰੇ ਮੰਤਰੀਆਂ ਦਾ ਵੀ ਕੋਈ ਸਟੇਟਸ ਹੈਗਾ ਸੀ ਕਿ ਉਹ ਸਰਕਾਰੀ ਤੰਤਰ ਤੇ ਇੰਨਾ ਜ਼ਿਆਦਾ ਨਹੀਂ ਸੀ ਉਹ ਡਿਪੈਂਡ ਰਹਿੰਦੇ ਕਿ ਗੱਡੀਆਂ ਸਰਕਾਰੀ ਲੈ ਜਾਓ, ਜਹਾਜ਼ ਲੈ ਜਾਓ, ਕੁਛ ਲੈ, ਨਹੀਂ, ਰੇਲ ਗੱਡੀ ਤੇ ਸਫ਼ਰ ਕਰਕੇ ਪ੍ਰਧਾਨ ਮੰਤਰੀ ਜਾ ਰਹੇ ਨੇ ਬਲੀਆ ਨੂੰ, ਤੇ ਰਸਤੇ ਦੇ ਵਿੱਚ ਕੁਝ ਨੌਜਵਾਨਾਂ ਨੇ ਉਹਨਾਂ ਦੇ ਡੱਬੇ ਵਿੱਚ, ਉਹਨਾਂ ਦੀ ਬੋਗੀ ਵਿੱਚ ਵੜਨ ਦਾ ਯਤਨ ਕੀਤਾ। ਜਦੋਂ ਐਸਪੀ ਜੀ ਨੇ ਉਹਨਾਂ ਨੂੰ ਹਟਾਇਆ, ਉਹ ਹਟੇ ਨਹੀਂ, ਉੱਥੇ ਐਸਪੀ ਜੀ ਨੂੰ ਗੋਲੀ ਚਲਾਉਣੀ ਪਈ ਤੇ ਉਹਨਾਂ ਗੋਲੀ ਚਲਾਈ ਤੇ ਇੱਕ ਨੌਜਵਾਨ ਮਾਰਿਆ ਗਿਆ ਸੀ। ਔਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਇਤਿਹਾਸ ਵਿੱਚ ਤੇ ਐਸਪੀ ਜੀ ਦੇ ਇਤਿਹਾਸ ਵਿੱਚ ਇਹ ਇੱਕੋ ਇੱਕ ਵਾਕਿਆ, ਪਹਿਲਾ ਤੇ ਆਖਰੀ ਵਾਕਿਆ ਹੈ ਜਦੋਂ ਗੋਲੀ ਐਸਪੀ ਜੀ ਨੂੰ ਚਲਾਉਣੀ ਪਈ ਪ੍ਰਧਾਨ ਮੰਤਰੀ ਦੀ ਰੱਖਿਆ ਵਿੱਚ। ਤੇ ਜੇ ਹੁਣ ਇਹ ਸੋਚਿਆ ਜਾਵੇ ਕਿ ਉਹ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਕਿਸੇ ਨੇ ਸਿਖਾ ਕੇ ਭੇਜਿਆ, ਜਾਂ ਪ੍ਰਧਾਨ ਮੰਤਰੀ ਉਹ ਵੀ ਕਹਿੰਦੇ ਕਿ ਇਹ ਕਿਸੇ ਮੁੱਖ ਮੰਤਰੀ ਦਾ ਕੰਮ ਹੈ, ਜਾਂ ਇਹ ਕਿਸੇ ਪਾਰਟੀ ਦਾ ਕੰਮ ਹੈ, ਜਾਂ ਕਿਸੇ ਹੋਰ ਦੂਸਰੇ ਬੰਦੇ ਦਾ ਕੰਮ ਹੈ, ਤੇ ਆਪਣੇ ਆਪ ਹੀ ਨਫ਼ਰਤ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ। ਲੇਕਿਨ ਨਹੀਂ, ਐਸਪੀ ਜੀ ਨੂੰ ਤਾਂ ਬੇਵੱਸ ਹੋ ਕੇ ਗੋਲੀ ਚਲਾਉਣੀ ਪਈ, ਇੱਕ ਨੌਜਵਾਨ ਜਿਹੜਾ ਉਹਦੇ ਵਿੱਚ ਉਹਦੀ ਮੌਤ ਹੋ ਗਈ ਸੀ। ਸੋ ਇਹ ਕੁਝ ਵਾਕਿਆ ਨੇ ਜਿਹੜੇ ਅੱਗੇ ਵੀ ਪ੍ਰਧਾਨ ਮੰਤਰੀਆਂ ਨਾਲ ਹੋਏ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀਆਂ ਦੇ ਕਤਲ ਵੀ ਹੋਏ ਆ ਤੇ ਪ੍ਰਧਾਨ ਮੰਤਰੀਆਂ ਦੇ ਨੁਕਸਾਨ ਵੀ ਹੋਏ ਆ ਤੇ ਮੁੱਖ ਮੰਤਰੀਆਂ ਦੇ ਵੀ ਕਤਲ ਹੋਏ ਆ, ਲੇਕਿਨ ਉਹਦੇ ਪਿੱਛੇ ਬੜੀ ਵੱਡੀ ਬੈਕਗਰਾਉਂਡ ਹੁੰਦੀ ਆ। ਉਹ ਛੇਤੀ ਨਾਲ ਕਤਲ ਨਹੀਂ ਹੁੰਦੇ, ਬਹੁਤ ਸਾਰੀਆਂ ਕਈ ਸਿਆਸਤਦਾਨ ਗਲਤੀਆਂ ਵੀ ਕਰ ਜਾਂਦੇ ਨੇ, ਕਈ ਉਹਨਾਂ ਕੋਲ ਚੂਕਾਂ ਰਹਿ ਜਾਂਦੀਆਂ ਨੇ, ਕਈ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਇਹਨਾਂ 'ਚ ਹੋ ਜਾਂਦੇ ਨੇ। ਇੱਕ ਵਾਕਿਆ ਹੋਰ ਹੋਇਆ ਸੀ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੱਤਰ ਪੂਰਬੀ ਰਾਜਾਂ ਦੇ ਦੌਰੇ ਤੇ ਸੀ ਤੇ ਉੱਥੇ ਉਹ ਲੈਕਚਰ ਕਰ ਰਹੇ ਸੀ ਤੇ ਉਹਨਾਂ ਦੇ ਉੱਤੇ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ, ਸਟੇਜ ਦੇ ਉੱਤੇ ਹੀ ਰੋੜਿਆਂ ਇੱਟਾਂ ਦੇ ਨਾਲ। ਸੋ ਪੱਥਰਬਾਜ਼ੀ ਹੋਈ ਸੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਕਈ ਵਾਰ ਆਕਰੋਸ਼ ਹੁੰਦਾ ਹੈ, ਕਈ ਕਿਸੇ ਗੱਲ ਨੂੰ ਲੈ ਕੇ ਗੁੱਸਾ ਹੁੰਦਾ, ਬਜਾਏ ਇਸ ਦੇ ਕਿ ਕੋਈ ਪ੍ਰਧਾਨ ਮੰਤਰੀ ਜਾਂ ਕੋਈ ਨੁਮਾਇੰਦਾ ਗੁੱਸਾ ਜ਼ਾਹਰ ਕਰੇ, ਸਗੋਂ ਉਹ ਲੋਕਾਂ ਦੀ ਨਬਜ਼ ਦੇ ਉੱਤੇ ਹੱਥ ਰੱਖੇ ਕਿ ਆਖਰ ਇਹ ਵਾਪਰਿਆ ਕਿਉਂ ਆ। ਜੇ ਉਹ ਨਬਜ਼ ਦੇ ਉੱਤੇ ਹੱਥ ਰੱਖ ਕੇ ਤੇ ਉਹਦਾ ਇਲਾਜ ਕਰੇ ਤੇ ਉਹਦਾ ਸਤਿਕਾਰ ਵੱਧ ਜਾਏਗਾ। ਸੋ ਇਸ ਲਈ ਇਸ ਨੂੰ ਰਾਈ ਦਾ ਪਹਾੜ, ਬਾਤ ਦਾ ਬਤੰਗੜ ਔਰ ਤਿਲ ਦਾ ਤੰਬੜ ਇਹਨੂੰ ਨਹੀਂ ਬਣਾਉਣਾ ਚਾਹੀਦਾ। ਇਹ ਚੀਜ਼ ਜਿਹੜੀ ਆ ਦੇਸ਼ ਦੇ ਵਿੱਚ ਅਰਾਜਕਤਾ ਫੈਲਾਉਣ ਵਾਲੀ ਸਥਿਤੀ ਦੇ ਵਿੱਚ ਲੈ ਜਾਏਗੀ। ਦੇਸ਼ ਦੇ ਵਿੱਚ ਜਿਹੜੀ ਆ ਉਹ ਆਤਮ ਵਿਸ਼ਵਾਸ ਲੋਕਾਂ ਦਾ ਉੱਠ ਜਾਏਗਾ, ਕਿਉਂਕਿ 140 ਕਰੋੜ ਜਿਹੜੇ ਲੋਕ ਨੇ ਉਹ ਇਹ ਤਾਂ ਸੋਚਣਗੇ ਨਾ, ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਤੇ ਫਿਰ ਸਾਡਾ ਕੀ ਬਣੇਗਾ। ਸੋ ਇਸ ਕਰਕੇ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਘਾਟ ਹੋ ਜਾਏਗੀ। ਸੋ ਲੋਕਾਂ ਦੇ ਵਿੱਚ ਨਫ਼ਰਤ ਦੀ ਲਹਿਰ ਤੁਰ ਜਾਏਗੀ, ਲੋਕਾਂ ਦੇ ਵਿੱਚ ਡਰ ਦਾ, ਸਹਿਮ ਦਾ ਮਾਹੌਲ ਬਣ ਜਾਏਗਾ। ਸੋ ਇਸ ਲਈ ਜਿਹੜੇ ਸ਼ਬਦ ਨੇ ਉਹ ਬੰਦੇ ਨੂੰ ਮਿਣ ਤੋਲ ਕੇ ਹੀ ਕਹਿਣੇ ਚਾਹੀਦੇ ਨੇ, ਖਾਸ ਕਰਕੇ ਜਿਹੜੇ ਲੋਕ ਉੱਚ ਅਹੁਦਿਆਂ ਤੇ ਬੈਠੇ ਨੇ, ਖਾਸ ਕਰਕੇ ਜੋ ਲੋਕ ਜ਼ਿੰਮੇਵਾਰ ਪੋਸਟਾਂ ਦੇ ਉੱਤੇ ਬੈਠੇ ਨੇ, ਉਹਨਾਂ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਜ਼ਰੂਰ ਚਾਹੀਦਾ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਜੁੜੇ ਰਹੇ ਪੰਜਾਬ ਟੂਡੇ ਨਾਲ, ਇਸੇ ਤਰ੍ਹਾਂ ਅੱਗੇ ਵੀ ਸਾਥ ਦਿੰਦੇ ਰਹੋ। ਇੱਕ ਵਿਸ਼ੇਸ਼ ਬੇਨਤੀ ਹੈ ਕਿ ਇਸ ਵੀਡੀਓ ਦੇ ਅੰਤ ਵਿੱਚ ਇੱਕ ਅੱਗ ਦਾ ਗੋਲਾ ਜਿਹਾ ਹੋਏਗਾ, ਅੱਗ ਦੇ ਸਰਕਲ ਦੇ ਵਿੱਚ ਲੋਗੋ ਹੋਏਗਾ ਪੰਜਾਬ ਟੂਡੇ ਆਨਲਾਈਨ ਦਾ, ਉਹਨੂੰ ਤੁਸੀਂ ਦਬਾ ਦਿਓ, ਆਪਣੇ ਆਪ ਹੀ ਸਬਸਕ੍ਰਿਪਸ਼ਨ ਹੋ ਜਾਣੀ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।